ਹੈਲੋ एवरीवन। ਅੱਜ ਬੇਟੇ ਆਪਾਂ ਇਸ ਲੈਕਚਰ ਦੇ ਵਿੱਚ ਵੀਟਸਟੋਨ ਬ੍ਰਿਜ ਪ੍ਰਿੰਸੀਪਲ ਬਾਰੇ ਗੱਲ ਕਰਾਂਗੇ। ਬੇਟਾ ਇਹ ਟੌਪਿਕ ਵੀ ਬਹੁਤ ਇੰਪੋਰਟੈਂਟ ਟੌਪਿਕ ਹੈ, ਕਾफ़ी ਵਾਰ ਤੁਹਾਡੇ ਐਗਜ਼ਾਮਸ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ, ਤਾਂ ਇਸ ਨੂੰ ਬੜੇ ਧਿਆਨ ਨਾਲ ਕਰਨਾ ਹੈ। ਤਾਂ ਬੇਟੇ ਵੀਟਸਟੋਨ ਬ੍ਰਿਜ ਪ੍ਰਿੰਸੀਪਲ हैगा की चीज़ है बेटा, ये एक ऐसा अरेंजमेंट है, इट इज़ अरेंजमेंट ऑफ 4 रेजिस्टेंस इन द फॉर्म ऑफ अ ब्रिज which is used for measuring one unknown resistor in terms of other 3 known resistors or resistances। बेटा ਇਹ ਇੱਕ ਐਸਾ ਅਰੇਂਜਮੈਂਟ ਹੈ ਜਿਸ ਦੇ ਵਿੱਚ ਜਿਹੜੀਆਂ 4 ਰੈਜ਼ਿਸਟੈਂਸ ਨੇ ਉਹਨਾਂ ਨੂੰ ਅਟੈਚ ਕੀਤਾ ਜਾਂਦਾ ਇੱਕ ਬ੍ਰਿਜ ਦੀ ਤਰ੍ਹਾਂ, ਜਿਸ ਦੇ ਵਿੱਚ 3 ਨੌਨ ਰੈਜ਼ਿਸਟੈਂਸ ਹੁੰਦੀਆਂ ਨੇ ਔਰ ਇੱਕ ਅਨਨੋਨ ਰੈਜ਼ਿਸਟੈਂਸ ਹੁੰਦੀ ਹੈ। ਤਾਂ ਉਸ ਅਨਨੋਨ ਰੈਜ਼ਿਸਟੈਂਸ ਦੀ ਵੈਲਿਊ ਨੂੰ ਬੇਟਾ ਫਾਈਂਡ ਕਰਨ ਵਾਸਤੇ ਆਪਾਂ ਕਿਸ ਨੂੰ ਯੂਜ਼ ਕਰਦੇ ਹਾਂ? ਵੀਟਸਟੋਨ ਬ੍ਰਿਜ ਪ੍ਰਿੰਸੀਪਲ ਨੂੰ ਯੂਜ਼ ਕਰਦੇ ਹਾਂ। ਨੈਕਸਟ ਬੇਟਾ ਆਪਾਂ ਇਸ ਦੀ ਕੰਸਟਰਕਸ਼ਨ ਦੀ ਗੱਲ ਕਰਦੇ ਹਾਂ। ਕੰਸਟਰਕਸ਼ਨ ਦੇ ਵਿੱਚ ਬੇਟਾ ਤੁਹਾਨੂੰ ਕਲੀਅਰ ਹੋ ਗਿਆ ਤਾਂ ਦੇਖੋ ਬੇਟੇ 4 ਰੈਜ਼ਿਸਟਰਸ ਨੇ P Q R S ਆਰ ਅਰੇਂਜਡ ਇਨ ਦ ਫॉर्म ऑफ ब्रिज एज शोन इन फिगर। ਤਾਂ ਬੇਟਾ ਦੇਖੋ P Q R S ਤਾਂ ਇਹ ਕੀ ਨੇ ਬੇਟੇ 4 ਤੁਹਾਡੇ ਕੋਲ ਕੀ ਨੇ ਰਾਜੇ? ਰਜਿਸਟਰਸ ਨੇ ਉਹਨਾਂ ਨੂੰ ਕੀ ਕੀਤਾ ਬੇਟੇ? ਇੱਕ ਬ੍ਰਿਜ ਦੀ ਤਰ੍ਹਾਂ ਕੀ ਕਰਤਾ? ਅਰੇਂਜ ਕਰਤਾ, ਜਿਸ ਦੇ ਵਿੱਚ ਬੇਟਾ ਐਸ ਜਨਰਲੀ ਆਪਾਂ ਕੀ ਲੈਂਦੇ ਹਾਂ? ਅਨਨੋਨ ਰੈਜ਼ਿਸਟੈਂਸ ਲੈਂਦੇ ਹਾਂ। P Q R ਇਹ ਨੋਨ ਰੈਜ਼ਿਸਟੈਂਸ ਹੁੰਦੀਆਂ ਨੇ ਬੇਟੇ, ਤਾਂ ਆਪਾਂ ਐਸ ਦੀ ਵੈਲਿਊ ਨੂੰ ਫਾਈਂਡ ਆਊਟ ਕਰ ਲੈਂਦੇ ਹਾਂ। ਠੀਕ ਹੈ ਜੀ। ਇਸ ਦੀ ਕੰਸਟਰਕਸ਼ਨ ਨੂੰ ਹੋਰ ਬੇਟਾ ਥੋੜ੍ਹਾ ਜਿਹਾ ਦੇਖੋ ਕੀ ਚੀਜ਼ ਹੈ ਬੇਟੇ। ਇਸ ਦੇ ਵਿੱਚ 4 ਰੈਜ਼ਿਸਟੈਂਸ ਨੇ ਜਿਨ੍ਹਾਂ ਨੂੰ ਆਪਾਂ ਅਟੈਚ ਕੀਤਾ ਇਨ ਫॉर्म ਆਫ ਬ੍ਰਿਜ ਦੇ ਨਾਲ। ਇਸ ਦੇ ਵਿੱਚ ਬੇਟਾ ਇੱਕ ਗਲਵੈਨੋਮੀਟਰ ਹੈ। ਗਲਵੈਨੋਮੀਟਰ ਕੀ ਹੈ ਬੇਟੇ? ਉਸ ਨੂੰ ਅਟੈਚ ਕੀਤਾ ਹੋਇਆ ਵਿਦ ਜੌਕੀ ਦੇ ਨਾਲ। ਠੀਕ ਹੈ ਜੀ, ਗਲਵੈਨੋਮੀਟਰ ਹੈ। ਉਸ ਤੋਂ ਬਾਅਦ ਤੁਸੀਂ ਦੇਖੋਗੇ ਬੇਟਾ ਇੱਕ ਸੈੱਲ ਜਾਂ ਸੋਰਸ ਆਫ EMF ਹੈ, ਉਸ ਨੂੰ ਆਪਾਂ ਅਟੈਚ ਕਰਤਾ ਬਿਟਵੀਨ ਪੁਆਇੰਟ A ਐਂਡ C ਦੇ ਵਿੱਚ। ਗਲਵੈਨੋਮੀਟਰ ਨੂੰ ਕਨੈਕਟ ਕੀਤਾ ਬੇਟਾ B ਔਰ D ਦੇ ਵਿੱਚ। ਉਸ ਤੋਂ ਬਾਅਦ P Q R S ਨੂੰ ਬੇਟੇ ਆਪਾਂ 4 ਆਰਮਸ ਜਿਹੜੀਆਂ ਨੇ ਬ੍ਰਿਜ ਦੀਆਂ ਉਹਨਾਂ ਦੇ ਵਿੱਚ ਅਰੇਂਜ ਕਰਤਾ। ਕਲੀਅਰ ਬੇਟੇ? ਆਊਟ ਆਫ 4 ਰਜਿਸਟਰਸ 1 S ਇਜ਼ ਅਨਨੋਨ ਹੁੰਦੀ ਹੈ। S ਕੀ ਹੁੰਦਾ ਬੇਟੇ? ਅਨਨੋਨ ਰਜਿਸਟੈਂਸ ਲੈਂਦੇ ਹਾਂ। ਇੱਕ ਜਿਹੜੀ ਹੈ R, ਉਸ ਨੂੰ ਬੇਟਾ ਵੇਰੀਏਬਲ ਰਜਿਸਟੈਂਸ ਲੈਂਦੇ ਹਾਂ। ਐਂਡ ਅਦਰ 2 P ਐਂਡ Q ਕੈਨ ਬੀ ਸਟੈਂਡਰਡ ਰਜਿਸਟਰਸ। ਤਾਂ ਬੇਟੇ ਇਸ ਟਾਈਪ ਦੇ ਨਾਲ ਆਪਾਂ 4 ਰਜਿਸਟਰਸ ਨੂੰ ਬ੍ਰਿਜ ਦੇ ਫॉर्म ਦੇ ਵਿੱਚ ਅਟੈਚ ਕਰਦੇ ਹਾਂ। ਤਾਂ ਇਹ ਸੀ ਬੇਟਾ ਉਸਦੀ ਕੰਸਟਰਕਸ਼ਨ। ਹੁਣ ਬੇਟਾ ਜੋ ਇਸ ਦਾ ਪ੍ਰਿੰਸੀਪਲ ਹੈ, ਇਹ ਵਰਕ ਕਿਵੇਂ ਕਰਦਾ, ਕਿਸ ਪ੍ਰਿੰਸੀਪਲ ਦੇ ਬੇਸ ਦੇ ਉੱਤੇ ਕਰਦਾ ਹੈ? ਤਾਂ ਬੇਟਾ ਇਹਦਾ ਪ੍ਰਿੰਸੀਪਲ ਕੀ ਹੈ ਕਿ ਜਦੋਂ ਤੁਸੀਂ ਕੀ ਨੂੰ ਕਲੋਜ਼ ਕਰ ਦੋਗੇ ਤਾਂ ਗਲਵੈਨੋਮੀਟਰ ਹੈ ਬੇਟੇ, ਉਸ ਦੇ ਵਿੱਚ ਡਿਫਲੈਕਸ਼ਨ ਦਾ ਆਉਣਾ ਸ਼ੁਰੂ ਹੋ ਜਾਊਗਾ। ਜਿਹੜੀ ਡਿਫਲੈਕਸ਼ਨ ਸ਼ੋ ਕਰੂਗੀ ਇੱਥੇ ਕੀ ਹੈ ਬੇਟਾ? ਪ੍ਰੈਜ਼ੈਂਸ ਆਫ ਕਰੰਟ ਹੈ, ਜਿਸ ਕਰੰਟ ਨੂੰ ਆਪਾਂ ਕੀ ਸਪੋਜ਼ ਕਰ ਲੈਂਦੇ ਹਾਂ ਰਾਜੇ? IG ਸਪੋਜ਼ ਕਰ ਲੈਂਦੇ ਹਾਂ। ਉਸ ਤੋਂ ਬਾਅਦ ਬੇਟੇ ਜਿਹੜੀ ਰੈਜ਼ਿਸਟੈਂਸ R ਹੈ ਨਾ, ਉਸ ਨੂੰ ਇਸ ਟਾਈਪ ਦੇ ਨਾਲ ਐਡਜਸਟ ਕਰਾਂਗੇ। R ਕੀ ਸੀ? ਸਾਡੀ ਵੇਰੀਏਬਲ ਰੈਜ਼ਿਸਟੈਂਸ ਸੀ ਰਾਜੇ। ਵੇਰੀਏਬਲ ਦਾ ਮਤਲਬ ਕੀ ਹੈ ਕਿ ਜੋ ਵੈਲਿਊ ਚੇਂਜ ਹੋ ਜੇ। ਤਾਂ ਬੇਟਾ R ਦੀ ਵੈਲਿਊ ਨੂੰ ਅਸੀਂ ਇਸ ਟਾਈਪ ਦੇ ਨਾਲ ਐਡਜਸਟ ਕਰਦੇ ਹਾਂ ਕਿ ਜਿਹੜਾ ਗਲਵੈਨੋਮੀਟਰ ਹੈ ਉਸ ਦੇ ਵਿੱਚ ਕੋਈ ਵੀ ਡਿਫਲੈਕਸ਼ਨ ਨਾ ਹੋਵੇ। ਤਾਂ ਉਸ ਸਟੇਜ ਦੇ ਉੱਤੇ ਕੀ ਹੋਊਗਾ ਰਾਜੇ? ਜਿਹੜਾ ਪੋਟੈਂਸ਼ੀਅਲ ਹੋਊਗਾ ਦੋਨੋਂ ਟਰਮੀਨਲਸ ਦੇ ਉੱਤੇ ਉਹ ਇਕੁਅਲ ਹੋ ਜਾਂਦਾ ਹੈ ਔਰ ਕਰੰਟ ਬੇਟਾ ਫਲੋ ਨਹੀਂ ਕਰੂਗਾ। ਇਸ ਸਟੇਜ ਨੂੰ ਆਪਾਂ ਕੀ ਬੋਲਦੇ ਹਾਂ ਬੇਟੇ? ਬੈਲੈਂਸਡ ਸਟੇਜ ਬੋਲਦੇ ਹਾਂ। ਜਦੋਂ ਇਹ ਬੈਲੈਂਸਡ ਕੰਡੀਸ਼ਨ ਨੂੰ ਤੁਸੀਂ ਐਕਵਾਇਰ ਕਰ ਲਓਗੇ ਤਾਂ ਬੇਟਾ ਜਿਹੜੀ ਰੇਸ਼ੀਓ ਹੈ P/Q ਇਕੁਅਲਸ ਟੂ ਕਿਹਦੀ ਹੋ ਜੂਗੀ? R/S ਦੀ। ਔਰ S ਸੀ ਕੀ? ਅਨਨੋਨ ਰੈਜ਼ਿਸਟੈਂਸ। ਤਾਂ S ਕੀ ਆ ਜਾਊਗਾ ਬੇਟੇ? Q/P ਇੰਟੂ R। ਤਾਂ ਇਸ ਟਾਈਪ ਦੇ ਨਾਲ ਬੇਟੇ ਤੁਸੀਂ ਕੀ ਕਰ ਲਓਗੇ? S ਦੀ ਵੈਲਿਊ ਨੂੰ ਫਾਈਂਡ ਆਊਟ ਕਰ ਲਓਗੇ। ਤਾਂ ਬੇਟਾ ਇਸਦਾ ਪ੍ਰਿੰਸੀਪਲ ਹੈਗਾ ਕੀ ਹੈ ਕਿ R ਨੂੰ ਐਵੇਂ ਐਡਜਸਟ ਕਰਨਾ ਹੈ ਕਿ ਗਲਵੈਨੋਮੀਟਰ ਦੇ ਵਿੱਚ ਕੋਈ ਵੀ ਡਿਫਲੈਕਸ਼ਨ ਨਾ ਆਵੇ। ਜਦੋਂ ਨਹੀਂ ਡਿਫਲੈਕਸ਼ਨ ਆਈ ਤਾਂ ਇਟ ਮੀਨਸ ਉਹ ਬੈਲੈਂਸਡ ਕੰਡੀਸ਼ਨ ਦੇ ਵਿੱਚ ਆ ਗਿਆ। ਇਹੀ ਸਾਡਾ ਪ੍ਰਿੰਸੀਪਲ ਹੈ। ਇਸੇ ਟਾਈਪ ਦੇ ਨਾਲ ਬੇਟੇ ਆਪਾਂ ਕੀ ਫਾਈਂਡ ਆਊਟ ਕਰ, ਆਪਣੇ ਕੋਲ ਕੰਡੀਸ਼ਨ ਕੀ ਆ ਗਈ? P/Q R/S। ਤਾਂ ਇਸ ਟਾਈਪ ਨਾਲ ਬੇਟੇ ਜਿਹੜੀਆਂ 4 ਆਰਮਸ ਨੇ ਉਹ ਕੀ ਆ ਜਾਣਗੀਆਂ? ਇੱਕ ਦੂਜੇ ਦੇ ਇਕੁਅਲ ਆ ਜਾਣਗੀਆਂ। ਕਲੀਅਰ? ਹੁਣ ਬੇਟੇ ਆਪਾਂ ਇਸਦਾ ਕਰਾਂਗੇ ਪ੍ਰੂਫ, ਇਸ ਨੂੰ ਫਾਈਂਡ ਆਊਟ ਕਰਾਂਗੇ ਕਿਉਂਕਿ ਆਪਾਂ ਦੇਖੋ ਇਹ ਆਪਣਾ ਕੀ ਹੈ? ਕਲੋਜ਼ਡ ਲੂਪ ਹੈ। ਤਾਂ ਆਪਾਂ ਕਲੋਜ਼ਡ ਲੂਪ ਦੇ ਲਈ ਕਿਰਚੌਫਸ ਲਾਅ ਬੇਟਾ ਕਰਕੇ ਆਏ ਹਾਂ, ਕਿਰਚੌਫਸ ਦਾ ਸੈਕਿੰਡ ਲਾਅ। ਤਾਂ ਹੁਣ ਬੇਟੇ ਆਪਾਂ ਕੀ ਕਰਨਾ ਹੈ? ਅਪਲਾਈ ਕਰਨਾ ਹੈ ਕਿਰਚੌਫਸ ਲਾਅ ਕਿਹੜੇ ਸਰਕਿਟ 'ਤੇ ਰਾਜੇ? ABDA 'ਤੇ। ਤਾਂ ਦੇਖੋ ਬੇਟਾ ਇੱਧਰ ਤੁਹਾਡਾ ਸਰਕਿਟ ਕੀ ਹੈ ਰਾਜੇ? ABDA ਇਸ ਸਰਕਿਟ 'ਤੇ। ਤਾਂ A to B ਜਾ ਰਹੇ ਹਾਂ ਬੇਟਾ। ਆਪਣਾ ਕਰੰਟ ਕੀ ਹੈ ਰਾਜੇ? I2 ਹੈ। ਰੈਜ਼ਿਸਟੈਂਸ ਕੀ ਹੈ? P ਹੈ।
ਤਾਂ ਇਹ ਉਹੀ ਡਾਇਰੈਕਸ਼ਨ ਦੇ ਵਿੱਚ ਹੈ ਜਿਸ ਡਾਇਰੈਕਸ਼ਨ ਦੇ ਵਿੱਚ ਆਪਾਂ ਕੀ ਕਰ ਰਹੇ ਹਾਂ, ਲੂਪ ਨੂੰ ਟ੍ਰੇਵਰਸ ਕਰ ਰਹੇ ਹਾਂ। ਤਾਂ ਇਟ ਮੀਨਸ ਬੇਟੇ ਇਹਨਾਂ ਦੋਨਾਂ ਦਾ ਪ੍ਰੋਡਕਟ ਕੀ ਲਵਾਂਗੇ, ਨੈਗੇਟਿਵ ਲਵਾਂਗੇ। ਇਟ ਮੀਨਸ -I2P। ਉਸ ਤੋਂ ਬਾਅਦ ਅਗੇਨ ਬੇਟੇ IG ਕਰੰਟ ਹੈ, G ਇੱਥੇ ਕੀ ਹੈ ਬੇਟੇ, ਗਲਵੈਨੋਮੀਟਰ ਦਾ ਆਪਾਂ ਰੈਜ਼ਿਸਟੈਂਸ ਕੰਸੀਡਰ ਕੀਤਾ ਹੈ। ਤਾਂ IG×G ਇਹ ਵੀ ਨੈਗੇਟਿਵ ਦੇ ਵਿੱਚ। ਜਦੋਂ ਇੱਧਰ ਨੂੰ ਗਏ ਰਾਜੇ ਤਾਂ ਇਹ ਕੀ ਹੈ ਰਾਜੇ, ਅਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਆ ਗਿਆ। ਇਟ ਮੀਨਸ ਇਸ ਨੂੰ ਕੀ ਲਵਾਂਗੇ ਆਪਾਂ, ਪੋਜ਼ੀਟਿਵ ਲਵਾਂਗੇ, I1×R। ਤਾਂ ਹੁਣ ਦੇਖੋ ਰਾਜੇ ਇਕੁਏਸ਼ਨ ਉਹੀ ਆਈ, ਦੋ ਸਾਡੀਆਂ ਨੈਗੇਟਿਵ ਦੇ ਵਿੱਚ ਆ ਗਈਆਂ, ਇੱਕ ਸਾਡੀ ਪੋਜ਼ੀਟਿਵ ਦੇ ਵਿੱਚ ਆ ਗਈ, ਵਿਚ ਇਜ਼ ਇਕੁਅਲਸ ਟੂ 0। ਹੁਣ ਨੈਕਸਟ ਕੀ ਹੈ ਬੇਟੇ, BCDB। ਹੁਣ ਜਿਹੜਾ ਅਸੀਂ ਹਾਫ ਲੂਪ ਇੱਧਰ ਕੰਸੀਡਰ ਕੀਤਾ ਸੀ ਰਾਜੇ, BCDB। ਤਾਂ ਬੇਟੇ ਹੁਣ ਦੇਖੋ ਕਰੰਟ ਕੀ ਸੀ, I2 -IG×Q ਨੈਗੇਟਿਵ ਦੇ ਵਿੱਚ। ਉਸ ਤੋਂ ਅੱਗੇ ਦੇਖਿਆ ਬੇਟੇ ਅਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਸੀਗਾ, ਤਾਂ ਇਹ ਕੀ ਆ ਜਾਊਗਾ, ਪੋਜ਼ੀਟਿਵ ਬੇਟਾ, I1 + IG×S। ਅਗੇਨ ਬੇਟੇ ਇਹ ਕੀ ਹੈ, ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਹੈ, IG×G। ਤਾਂ ਇਹ ਵੀ ਕੀ ਆ ਜਾਊਗਾ ਰਾਜੇ, ਪੋਜ਼ੀਟਿਵ ਦੇ ਵਿੱਚ ਆ ਜਾਊਗਾ। ਤਾਂ ਹੁਣ ਦੇਖੋ ਇਹ ਇਕੁਏਸ਼ਨ, ਇੱਕ ਟਰਮ ਸਾਡੀ ਨੈਗੇਟਿਵ, ਦੋ ਟਰਮਸ ਕੀ ਆ ਗਈਆਂ ਰਾਜੇ, IG×G = 0। ਹੁਣ ਬੇਟੇ ਸਾਨੂੰ ਪਤਾ ਹੈ ਬੈਲੈਂਸਡ ਕੰਡੀਸ਼ਨ ਦੇ ਵਿੱਚ ਜਦੋਂ ਗਲਵੈਨੋਮੀਟਰ 0 ਡਿਫਲੈਕਸ਼ਨ ਸ਼ੋ ਕਰਦਾ ਤਾਂ ਇਟ ਮੀਨਸ ਕਰੰਟ ਨਹੀਂ ਫਲੋ ਕਰਦਾ, ਤਾਂ IG ਦੀ ਵੈਲਿਊ ਕੀ ਆ ਜੂਗੀ ਰਾਜੇ, 0। ਤਾਂ ਦੋਨੋਂ ਇਕੁਏਸ਼ਨ ਦੇ ਵਿੱਚ ਬੇਟੇ IG ਨੂੰ 0 ਪੁੱਟ ਕਰ ਦਿਓ, ਠੀਕ ਹੈ। ਜਦੋਂ ਤੁਸੀਂ IG ਨੂੰ 0 ਪੁੱਟ ਕਰੋਗੇ ਤਾਂ ਤੁਹਾਡੇ ਕੋਲ ਦੋ ਇਕੁਏਸ਼ਨਸ ਬਣ ਜਾਣਗੀਆਂ। ਤਾਂ ਤੁਹਾਡੇ ਕੋਲ ਇਹ ਵਾਲੀਆਂ ਦੋ ਇਕੁਏਸ਼ਨਸ ਬਣ ਜਾਣਗੀਆਂ ਰਾਜੇ, -I2P + I1। ਇਸ ਨੂੰ ਇਸ ਟਾਈਪ ਨਾਲ ਲਿਖ ਸਕਦੇ ਹਾਂ, ਇਹਨੂੰ ਇਕੁਏਸ਼ਨ 3 ਦੇਤੀ। ਸਿਮਿਲਰਲੀ ਬੇਟਾ ਜੋ ਇਕੁਏਸ਼ਨ 2 ਸੀ ਉਹ ਇਸ ਦੇ ਵਿੱਚ ਚਲੇਗੀ। ਹੁਣ ਡਿਵਾਈਡ ਕਰ ਦਿਓ ਬੇਟੇ 3 ਨੂੰ 4 ਦੇ ਨਾਲ। ਤਾਂ ਜਦੋਂ ਤੁਸੀਂ ਡਿਵਾਈਡ ਕੀਤਾ ਤਾਂ ਬੇਟੇ I1 ਨਾਲ I ਕੈਂਸਲ ਆਊਟ ਹੋ ਗਿਆ, I2 ਨਾਲ I2 ਕੈਂਸਲ ਆਊਟ ਹੋ ਗਿਆ। ਤਾਂ ਤੁਹਾਡੇ ਕੋਲ ਕੀ ਆ ਗਿਆ ਬੇਟੇ, P/Q R/S। ਇਹੀ ਸਾਡਾ ਕੀ ਸੀ ਰਾਜੇ, ਪ੍ਰੂਫ ਸੀਗਾ। ਠੀਕ ਹੈ ਜੀ। ਇੱਕ ਵਾਰ ਬੇਟਾ ਤੁਹਾਨੂੰ ਮੈਂ ਡਾਇਗ੍ਰਾਮ ਕਲੀਅਰ ਕਰ ਦਿੰਦੀ ਹਾਂ ਦੁਬਾਰਾ ਤੋਂ। ਬੇਟਾ ਇਸ ਫਿਗਰ ਦੇ ਵਿੱਚ ਦੇਖੋ I ਕਰੰਟ ਆਇਆ, ਦੋ ਪਾਰਟਸ ਦੇ ਵਿੱਚ ਡਿਵਾਈਡ ਹੋ ਗਿਆ। ਆਪਾਂ ਸਪੋਜ਼ ਕਰ ਲਿਆ I1 ਇੱਧਰ ਗਿਆ, I2 ਇੱਧਰ ਗਿਆ। ਹੁਣ ਜਦੋਂ I2 ਇੱਥੇ ਪਹੁੰਚਿਆ ਰਾਜੇ, ਕੁਛ ਉਹਦੇ ਵਿੱਚੋਂ ਪੋਰਸ਼ਨ ਇੱਧਰ ਚਲਾ ਜਾਊਗਾ। ਆਪਾਂ ਸਪੋਜ਼ ਕਰ ਲਿਆ ਕਿ ਉਹ IG ਹੈ, ਠੀਕ ਹੈ। ਇੱਥੇ I2 ਸੀ, I2 ਚੋਂ IG ਇੱਧਰ ਆ ਗਿਆ, ਇੱਧਰ ਕੀ ਰਹਿ ਗਿਆ ਬੇਟੇ, I2 - IG ਰਹਿ ਗਿਆ। ਕਲੀਅਰ। ਹੁਣ ਅਗਰ ਇੱਧਰ ਦੀ ਗੱਲ ਕਰਦੇ ਹੋ ਬੇਟਾ, ਇੱਧਰ I1 ਆਇਆ ਸੀਗਾ, I1 ਆਇਆ, ਇੱਥੇ D ਪੁਆਇੰਟ ਤੱਕ ਪਹੁੰਚ ਗਿਆ। ਇੱਧਰੋਂ ਕੀ ਆ ਰਿਹਾ ਬੇਟੇ, IG ਆ ਰਿਹਾ। ਤਾਂ ਇੱਥੋਂ D ਪੁਆਇੰਟ ਤੋਂ ਬਾਅਦ ਦੋਨੋਂ ਕੀ ਹੋ ਗਏ ਰਾਜੇ, ਐਡ ਹੋ ਗਏ। ਤਾਂ ਇਸ ਟਾਈਪ ਨਾਲ ਬੇਟੇ ਆਪਾਂ ਇਹ ਜਿਹੜੇ ਕਰੰਟਸ ਸੀਗੇ ਉਹ ਲਏ ਸੀਗੇ। ਤਾਂ ਬੇਟੇ ਪ੍ਰੂਫ ਵੀ ਹੋ ਗਿਆ ਆਪਣਾ, ਪ੍ਰਿੰਸੀਪਲ ਥਿਊਰੀ ਸਾਰਾ ਕੁਛ ਆਪਾਂ ਡਿਸਕਸ ਕਰ ਲਿਆ। ਹੁਣ ਕੁਛ ਇੰਪੋਰਟੈਂਟ ਪੁਆਇੰਟਸ ਨੇ, ਉਹਨਾਂ ਨੂੰ ਤੁਸੀਂ ਯਾਦ ਰੱਖਣਾ ਹੈ। ਤਾਂ ਬੇਟੇ ਜਿਹੜਾ ਫਸਟ ਪੁਆਇੰਟ ਹੈ ਬੇਟੇ, ਆਪਾਂ ਪਹਿਲਾਂ ਡਿਸਕਸ ਕਰ ਹੀ ਲਿਆ ਕਿ ਬੈਲੈਂਸਡ ਪੋਜੀਸ਼ਨ ਦੇ ਵਿੱਚ ਕੀ ਹੋਊਗਾ ਰਾਜੇ, ਜਿਹੜਾ ਪੋਟੈਂਸ਼ੀਅਲ ਹੈ ਗਲਵੈਨੋਮੀਟਰ ਦਾ ਵਨ ਟਰਮੀਨਲ ਦਾ ਉਹ ਅਦਰ ਟਰਮੀਨਲ ਦੇ ਇਕੁਅਲ ਹੁੰਦਾ ਹੈ। ਇਸੇ ਕਰਕੇ ਬੇਟੇ ਜਦੋਂ ਹੁਣ ਆਪਾਂ ਨੂੰ ਪਤਾ ਹੈ ਕਰੰਟ ਉਦੋਂ ਫਲੋ ਕਰਦਾ ਬੇਟੇ ਜਦੋਂ ਪੋਟੈਂਸ਼ੀਅਲ ਡਿਫਰੈਂਸ ਹੈ ਮੇਨਟੇਨ ਕਰਦੇ ਹਾਂ। ਹੁਣ ਜਦੋਂ ਬੇਟੇ ਆਪਣਾ ਗਲਵੈਨੋਮੀਟਰ ਨੇ 0 ਡਿਫਲੈਕਸ਼ਨ ਦੇਤੀ, ਇਹਦਾ ਮਤਲਬ ਕੀ ਬੇਟੇ, ਗਲਵੈਨੋਮੀਟਰ ਦੇ ਦੋਨੋਂ ਟਰਮੀਨਲਸ ਦੇ ਉੱਤੇ ਪੋਟੈਂਸ਼ੀਅਲ ਡਿਫਰੈਂਸ ਕੀ ਹੋ ਗਿਆ ਰਾਜੇ, ਸੇਮ ਹੋ ਗਿਆ। ਪੋਟੈਂਸ਼ੀਅਲ ਦੀ ਵੈਲਿਊ ਸੇਮ ਹੋ ਗਈ ਤਾਂ ਕਰੰਟ ਫਲੋ ਨਹੀਂ ਕਰੂਗਾ। ਠੀਕ ਹੈ ਜੀ। ਤਾਂ ਕੋਈ ਵੀ ਕਰੰਟ ਨਹੀਂ ਫਲੋ ਕਰੂਗਾ ਤਾਂ ਇਟ ਮੀਨਸ ਸਾਡਾ ਜਿਹੜਾ ਵੀਟਸਟੋਨ ਬ੍ਰਿਜ ਹੈ ਬੇਟੇ ਉਹ ਬੈਲੈਂਸਡ ਪੋਜੀਸ਼ਨ ਦੇ ਵਿੱਚ ਆ ਗਿਆ। ਤਾਂ ਇਸ ਕਰਕੇ ਬੇਟਾ ਵੀਟਸਟੋਨ ਬ੍ਰਿਜ ਇਜ਼ ਆਲਸੋ ਨੋਨ ਐਜ਼ ਅ ਨਲ ਮੈਥਡ। ਠੀਕ ਹੈ ਜੀ। ਇਸ ਨੂੰ ਬੇਟੇ ਨਲ ਮੈਥਡ ਦੇ ਨੇਮ ਨਾਲ ਵੀ ਜਾਣਦੇ ਹਾਂ ਕਿਉਂਕਿ ਆਪਣੇ ਕੋਲ ਗਲਵੈਨੋਮੀਟਰ ਨਲ ਰੀਡਿੰਗ ਸ਼ੋ ਕਰਦਾ ਹੈ। ਉਸ ਤੋਂ ਬਾਅਦ ਇੱਕ ਚੀਜ਼ ਹੋਰ ਬਹੁਤ ਇੰਪੋਰਟੈਂਟ ਹੈ ਬੇਟਾ, ਜਿਹੜਾ ਇਹ ਮੈਥਡ ਹੈ ਨਾ, ਰਿਮੇਨਸ ਅਨਇਫੈਕਟਡ ਬਾਈ ਦ ਇੰਟਰਨਲ ਰੈਜ਼ਿਸਟੈਂਸ ਆਫ ਦ ਸੋਰਸ ਐਂਡ ਰੈਜ਼ਿਸਟੈਂਸ ਆਫ ਦ ਗਲਵੈਨੋਮੀਟਰ। ਬੇਟੇ ਇੱਥੇ ਜਿਹੜੀ ਆਪਣਾ ਸਾਰਾ ਕੁਛ ਆਪਾਂ ਕਰ ਰਹੇ ਹਾਂ, ਅਨਨੋਨ ਰੈਜ਼ਿਸਟੈਂਸ ਨੂੰ ਫਾਈਂਡ ਆਊਟ ਕਰ ਰਹੇ ਹਾਂ ਨਲ ਮੈਥਡ ਦੇ ਵਿੱਚ, ਤਾਂ ਇਸ ਮੈਥਡ ਦੇ ਵਿੱਚ ਇੰਟਰਨਲ ਰੈਜ਼ਿਸਟੈਂਸ ਦਾ ਕੋਈ ਵੀ ਇਫੈਕਟ ਨਹੀਂ ਹੁੰਦਾ ਔਰ ਗਲਵੈਨੋਮੀਟਰ ਦੀ ਰੈਜ਼ਿਸਟੈਂਸ ਦਾ ਕੋਈ ਇਫੈਕਟ ਨਹੀਂ ਹੁੰਦਾ। Second point ਬੇਟੇ, it can be made very accurate with proper choice of variable and standard resistor। ਬੇਟੇ ਇਸ ਦੇ ਕਹਿਣ ਦਾ ਕੀ ਮਤਲਬ ਹੈ ਕਿ ਅਗਰ ਅਸੀਂ ਜੋ ਵੇਰੀਏਬਲ ਰੈਜ਼ਿਸਟੈਂਸ ਹੈ ਔਰ ਸਟੈਂਡਰਡ ਰੈਜ਼ਿਸਟੈਂਸ ਹੈ ਉਸ ਦੀ ਪ੍ਰੋਪਰ ਸਿਲੈਕਸ਼ਨ ਕਰ ਲਾਂਗੇ ਤਾਂ ਇਹ ਮੈਥਡ ਸਾਡਾ ਹੋਰ ਵੀ ਜ਼ਿਆਦਾ ਐਕੂਰੇਟ ਹੋ ਜਾਊਗਾ, ਹੋਰ ਵੀ ਜ਼ਿਆਦਾ ਐਕੂਰੇਟ ਸਾਨੂੰ ਜੋ ਵੀ ਆਨਸਰ ਹੈ ਸਾਡੀ ਅਨਨੋਨ ਰੈਜ਼ਿਸਟੈਂਸ ਦਾ ਉਹ ਦਊਗਾ। ਤਾਂ ਇਸ ਕਰਕੇ ਸਾਨੂੰ ਆਲਵੇਜ਼ ਪ੍ਰੋਪਰ ਚੋਇਸ ਕਰਨੀ ਚਾਹੀਦੀ ਹੈ ਵੇਰੀਏਬਲ ਔਰ ਸਟੈਂਡਰਡ ਰੈਜ਼ਿਸਟਰ ਦੀ। ਥਰਡ ਬੇਟੇ,
Wheatstone bridge has high sensitivity when resistor in four arms of the bridge are almost same। ਬੇਟੇ ਇਹ ਵੀ ਪੁਆਇੰਟ ਹੈ ਜਿਹੜਾ ਰਿਲੇਟਡ ਹੈ ਐਕੂਰੇਸੀ ਦੇ। ਉਹ ਬੋਲ ਰਿਹਾ ਕਿ ਅਗਰ ਫੋਰ ਆਰਮਸ ਜਿਹੜੀਆਂ ਨੇ ਬ੍ਰਿਜ ਦੀਆਂ ਉਹ ਆਲਮੋਸਟ ਸੇਮ ਹੋ ਜਾਣ ਤਾਂ ਇਸ ਬ੍ਰਿਜ ਦੀ ਜਿਹੜੀ ਸੈਂਸਿਟੀਵਿਟੀ ਹੈ ਉਹ ਹੋਰ ਵੀ ਜ਼ਿਆਦਾ ਹਾਈ ਹੋ ਜਾਂਦੀ ਹੈ। ਇਟ ਮੀਨਸ ਉਸਦੀ ਐਕੂਰੇਸੀ ਹੈ ਬੇਟਾ ਜੋ ਉਹ ਹੋਰ ਵੀ ਜ਼ਿਆਦਾ ਇਨਕਰੀਜ਼ ਹੋ ਜੂਗੀ। वन मोर बेटा इनोवेटिव इन्फॉर्मेशन। समटाइम्स बेटे ਅਸੀਂ ਕਿਸੇ ਵੀ ਵਾਇਰ ਦੀ ਸਪੈਸੀਫਿਕ ਰੈਜ਼ਿਸਟੈਂਸ ਫਾइंड आउट ਕਰਨੀ ਹੁੰਦੀ ਹੈ, ਠੀਕ ਹੈ ਜੀ। ਤਾਂ ਉਹ ਫਾਰਮੂਲਾ ਕੀ ਹੋਗਾ ਬੇਟਾ, ਇਹ ਵਾਲਾ ਫਾਰਮੂਲਾ ਹੋਗਾ ਰੋ SA/L। ਇਹ ਵਾਲਾ ਫਾਰਮੂਲਾ ਬੇਟਾ ਇਸ ਦੇ ਵਿੱਚ ਕਨਵਰਟ ਹੋ ਜਾਊਗਾ। ਉਸ ਤੋਂ ਬਾਅਦ ਬੇਟੇ ਜੋ S ਹੈ ਅਨਨੋਨ ਰੈਜ਼ਿਸਟੈਂਸ ਹੈ, ਇਸ ਨੂੰ ਆਪਾਂ ਵੀਟਸਟੋਨ ਬ੍ਰਿਜ ਨਾਲ ਫਾइंड आउट ਕਰ ਸਕਦੇ ਹਾਂ। ਡੀ ਬੇਟੇ ਡਾਇਆਮੀਟਰ ਹੈ, ਡਾਇਆਮੀਟਰ ਨੂੰ ਆਪਾਂ ਸਕਰਿਊ ਗੇਜ ਦੇ ਨਾਲ ਕਰ ਸਕਦੇ ਹਾਂ। ਬੇਟੇ ਐਲ ਹੈ ਜੋ ਲੈਂਥ ਹੈ ਉਹ ਅਸੀਂ ਮੀਟਰ ਸਕੇਲ ਜਾਂ ਵਰਨੀਅਰ ਕੈਲੀਪਰ ਦੇ ਨਾਲ ਵੀ ਫਾइंड आउट ਕਰ ਸਕਦੇ ਹਾਂ। ਤਾਂ ਇਸ ਟਾਈਪ ਨਾਲ ਬੇਟੇ ਇਸ ਫਾਰਮੂਲਾ ਨੂੰ ਯੂਜ਼ ਕਰਕੇ ਆਪਾਂ ਰੈਜ਼ਿਸਟਿਵਿਟੀ ਕਿਸੇ ਵੀ ਵਾਇਰ ਦੀ ਫਾइंड आउट ਕਰ ਸਕਦੇ ਹਾਂ। ਤਾਂ ਬੇਟੇ ਅੱਜ ਲਈ ਵੀਟਸਟੋਨ ਬ੍ਰਿਜ ਦਾ ਆਪਾਂ ਪ੍ਰਿੰਸੀਪਲ ਕੀਤਾ, ਉਸ ਦੀ ਥਿਓਰੀ ਵਰਕਿੰਗ ਕੀਤੀ, ਕੁਛ ਇੰਪੋਰਟੈਂਟ ਪੁਆਇੰਟਸ ਨੂੰ ਡਿਸਕਸ ਕੀਤਾ।